हाँ जी, सत श्री अकाल जी साਰਿਆਂ ਨੂੰ। आई होप ਤੁਸੀਂ ਸਾਰੇ ठीक ठाक ਹੋਵੋਗੇ। ਤੇ ਅੱਜ ਦਾ ਟੌਪਿਕ ਜਿਹੜਾ ਨਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਇਹ ਟੌਪਿਕ ਇੰਪੋਰਟੈਂਟ ਹੋਵੇ ਵੀ ਕਿਉਂ ਨਾ, ਮੈਂ ਕਹਿੰਦਾ ਇਸ ਤੋਂ ਵੱਧ ਕੋਈ ਚੀਜ਼ ਇੰਪੋਰਟੈਂਟ ਹੀ ਨਹੀਂ ਹੋ ਸਕਦੀ ਕਿਸੇ ਪਰਸਨ ਦੀ ਲਾਈਫ ਦੇ ਵਿੱਚ। ਇਹ ਟੌਪਿਕ ਹੈਗਾ ਆ ਇੱਕ ਨਿਸ਼ਚੈ, ਮਾਈਂਡ ਦੇ ਵਿੱਚ ਨਿਸ਼ਚੈ ਰੱਖਣਾ। ਇੱਕ ਟਾਰਗੇਟ ਤੁਹਾਡਾ ਜੇ ਹੁੰਦਾ ਆ, ਜਾਂ ਕਹਿ ਲਓ ਕਿ ਇੱਕ ਟਾਰਗੇਟ ਦੀ ਕੀ ਅਹਿਮੀਅਤ ਆ ਤੁਹਾਡੀ ਲਾਈਫ ਦੇ ਵਿੱਚ, ਤਾਂ ਮੈਂ ਤਾਂ ਇਹ ਕਹੂੰਗਾ ਕਿ ਸਭ ਤੋਂ ਵੱਧ ਜਿਹੜੀ ਅਹਿਮੀਅਤ ਆ ਉਹ ਤੁਹਾਡੀ ਹੁਣੇ ਹੀ ਤੁਹਾਡੇ ਟਾਰਗੇਟ ਵਾਸਤੇ ਚਾਹੀਦੀ ਹੈ। ਟਾਰਗੇਟ ਤੋਂ ਵੱਧ ਕੇ ਕੋਈ ਚੀਜ਼ ਕਿਉਂ ਹੋਊਗੀ ਹੋਰ ਇੰਪੋਰਟੈਂਟ ਤੁਹਾਡੀ ਲਾਈਫ ਦੇ ਵਿੱਚ। ਫਿਰ ਤਾਂ ਜਿਹੜੀ ਚੀਜ਼ ਤੁਹਾਡੀ ਲਾਈਫ ਦੇ ਵਿੱਚ ਜ਼ਿਆਦਾ ਇੰਪੋਰਟੈਂਸ ਲੈਂਦੀ ਪਈ ਆ ਟਾਰਗੇਟ ਨੂੰ, ਤੁਹਾਡੇ ਟਾਰਗੇਟ ਨੂੰ ਛੱਡ ਕੇ, ਫਿਰ ਤਾਂ ਮੀਨਸ ਤੁਹਾਡਾ ਟਾਰਗੇਟ ਹੀ ਉਹ ਹੋ ਗਿਆ ਨਾ। ਤੁਹਾਡਾ ਟਾਰਗੇਟ ਉਹ ਹੋ ਗਿਆ ਚੀਜ਼ ਜੇ ਤੇ ਤੁਸੀਂ ਜ਼ਿਆਦਾ ਧਿਆਨ ਦਿੰਦੇ ਪਏ ਆ। ਬਿਨਾਂ ਟਾਰਗੇਟ ਤੇ ਪਰਸਨ ਦੀ ਲਾਈਫ ਇਨਕੰਪਲੀਟ ਆ। ਬਿਨਾਂ ਟਾਰਗੇਟ, ਜਿੱਦਾਂ ਇੱਕ ਜਹਾਜ਼ ਹੁੰਦਾ ਆ ਸਮੁੰਦਰ ਦੇ ਵਿੱਚ, ਉਹਦਾ ਕੋਈ ਟਾਰਗੇਟ ਹੀ ਨਹੀਂ ਕਿ ਕਿਸੇ ਮੈਂ ਕੰਢੇ ਤੇ ਪਹੁੰਚਣਾ ਜਾਂ ਕਿਤੇ ਮੈਂ ਪਹੁੰਚਣਾ। ਉਹ ਕਿਤੇ ਵੀ ਨਹੀਂ ਪਹੁੰਚਣਾ ਉਹਨੇ ਐਟ ਲਾਸਟ। ਸਿਮਿਲਰਲੀ ਉਹੀ ਚੀਜ਼ ਜਿਹੜੀ ਆ ਉਹ ਹਿਊਮਨ ਲਾਈਫ ਦੇ ਨਾਲ ਹੁੰਦੀ ਆ ਕਿ ਜੇ ਤੁਹਾਡਾ ਟਾਰਗੇਟ ਹੀ ਨਹੀਂ ਹੈਗਾ ਤਾਂ ਫਿਰ ਤਾਂ ਉਹ ਹਿਸਾਬ ਆ ਕਿ ਜਿੱਧਰ ਨੂੰ ਫਲੋ ਚੱਲ ਗਿਆ ਆਪਾਂ ਉਹਨੂੰ ਚੱਲ ਜਾਣਾ। ਯਾਰ ਫਲੋ ਨਾ ਮਰੀਆਂ ਚੀਜ਼ਾਂ ਜਾਂਦੀਆਂ, ਜਿੱਧਰ ਨੂੰ ਜਾਂਦਾ ਨਾ ਫਲੋ ਉਹਨੂੰ ਉਹ ਚੀਜ਼ਾਂ ਜਾਂਦੀਆਂ ਜਿਨ੍ਹਾਂ ਵਿੱਚ ਆਪਣੀ ਕੌਨਸ਼ੀਅਸਨੈਸ ਨਹੀਂ ਹੁੰਦੀ, ਆਪਣੀ ਕੌਨਸ਼ੀਅਸਨੈਸ ਨਹੀਂ ਹੁੰਦੀ। ਮਰੀਓ ਮੱਛੀ ਫਲੋ ਦੇ ਨਾਲ ਜਾਂਦੀ ਆ, ਪਰ ਜਿਹੜੀ ਜੀਂਦੀ ਹੁੰਦੀ ਹੈ ਨਾ ਉਹ ਬਹਾਵ ਦੇ ਉਲਟ ਵੀ ਚੱਲ ਜਾਂਦੀ ਆ। ਉਹ ਉਲਟ ਕਿਉਂ ਚੱਲ ਜਾਂਦੀ ਆ? ਉਹ ਉਲਟ ਇਸ ਕਰਕੇ ਚੱਲ ਜਾਂਦੀ ਆ ਕਿਉਂਕਿ ਉਹਦਾ ਟਾਰਗੇਟ ਆ ਕਿ ਮੈਂ ਆਪਣੀ ਲਾਈਫ ਬੈਟਰ ਬਣਾਉਣ ਵਾਸਤੇ ਨਾ ਜਿੱਥੋਂ ਪਾਣੀ ਆਉਂਦਾ ਪਿਆ ਹੈ ਨਾ ਉੱਥੇ ਜਾਣਾ ਮੈਂ ਫੋਰ। ਉਹਦਾ ਇਹ ਟਾਰਗੇਟ ਆ ਕਿ ਜਿੱਥੋਂ ਪਾਣੀ ਆਉਂਦਾ ਪਿਆ ਆ ਮੈਂ ਉੱਥੇ ਜਾਣਾ। ਮੈਂ ਜਿੱਥੇ ਜਾਣੀ ਪਾਣੀ ਜਾ ਕੇ ਇਕੱਠਾ ਹੁੰਦਾ ਪਿਆ ਨਾ ਉੱਥੇ ਨਹੀਂ ਰਹਿਣਾ ਮੈਂ। ਦੇਖ ਲਓ, ਟਾਰਗੇਟ ਜਿਹੜਾ ਨਾ ਕੋਈ ਤੁਹਾਡੀ ਲਾਈਫ ਦਾ ਟਾਰਗੇਟ ਹੈ ਨਾ, ਚਾਹੇ ਨਿੱਕਾ ਆ ਚਾਹੇ ਵੱਡਾ, ਚਾਹੇ ਜਿੱਦਾਂ ਦਾ ਮਰਜ਼ੀ ਟਾਰਗੇਟ ਹੈ ਨਾ, ਤੁਹਾਡੀ ਪਰਸਨੈਲਿਟੀ ਨੂੰ ਸ਼ੇਪ ਦਿੰਦਾ ਉਹ। ਤੁਹਾਡੀ ਪਰਸਨੈਲਿਟੀ ਜਿਹੜੀ ਨਾ ਤੁਹਾਡੇ ਟਾਰਗੇਟ ਤੋਂ ਬਣਦੀ ਆ। ਟਾਰਗੇਟ ਕਈ ਤਰ੍ਹਾਂ ਦੇ ਹੁੰਦੇ। ਟਾਰਗੇਟ ਘਰ ਦੇ ਵਿੱਚ ਮਿਲਣ ਵਾਲੇ ਜਿਹੜੇ ਕੰਮਕਾਰ ਹੁੰਦੇ, ਨਿੱਕੇ ਮੋਟੇ ਟਾਸਕ ਕਰਨ ਵਾਲੇ, ਉਹ ਵੀ ਟਾਰਗੇਟ ਹੀ ਆ। ਟਾਰਗੇਟ ਤੁਸੀਂ ਇੱਕ ਕੰਪਨੀ ਵਿੱਚ ਕੰਮ ਕਰਦੇ, ਤੁਹਾਨੂੰ ਉੱਥੇ ਟਾਰਗੇਟ ਮਿਲਦਾ, ਉਹ ਵੀ ਇੱਕ ਇੱਕ ਟਾਰਗੇਟ ਆ ਤੁਹਾਡਾ। ਤੁਹਾਡਾ ਪਰਸਨਲ ਟਾਰਗੇਟ ਹੈ ਕਿ ਯਾਰ ਮੈਂ ਜਦ ਤੱਕ 45 ਸਾਲ ਦਾ ਹੋਣਾ ਜਾਂ 40 ਸਾਲ ਦਾ ਹੋਣਾ ਮੈਂ 2 ਕਰੋੜ ਰੁਪਈਆ ਇਕੱਠਾ ਕਰਨਾ ਆਪਣੇ ਵਾਸਤੇ, ਆਪਣੀ ਫੈਮਿਲੀ ਵਾਸਤੇ, ਉਹ ਵੀ ਟਾਰਗੇਟ ਹੈ ਤੁਹਾਡਾ। ਟਾਰਗੇਟ ਹੋ ਸਕਦਾ ਕਿ ਨਾ ਕੋਈ ਤੁਸੀਂ ਟੈਸਟ ਕਲੀਅਰ ਕਰਨਾ, ਯਾਰ ਕਿ ਮੈਂ ਟੈਸਟ ਕਲੀਅਰ ਕਰਨਾ, ਉਹ ਵੀ ਟਾਰਗੇਟ ਆ। ਠੀਕ ਹੈ, ਸੋ ਟਾਰਗੇਟ ਕਈ ਤਰ੍ਹਾਂ ਦੇ ਹੋ ਸਕਦੇ ਆ। ਯਾਰ ਮੈਂ ਰੋਜ਼ ਉੱਠ ਕੇ ਸਵੇਰੇ ਪਾਠ ਕਰਨਾ, ਉਹ ਵੀ ਟਾਰਗੇਟ ਆ। ਯਾਰ ਮੈਂ ਪਤਲਾ ਹੋਣਾ, ਯਾਰ ਮੈਂ ਮੋਟਾ ਹੋਣਾ, ਉਹ ਵੀ ਟਾਰਗੇਟ ਹੈ। ਯਾਰ ਮੈਂ ਮਸਲ ਗਰੋਥ ਕਰਨੀ, ਉਹ ਵੀ ਟਾਰਗੇਟ ਆ। ਠੀਕ ਆ, ਅਤੇ ਬਹੁਤ ਤਰ੍ਹਾਂ ਦੇ ਟਾਰਗੇਟ ਜਿਹੜੇ ਨਾ ਹੋ ਸਕਦੇ ਆ। ਕੋਈ ਵੀ ਜਿਹੜਾ ਟਾਰਗੇਟ ਹੈ ਨਾ ਉਹ ਤੁਹਾਡੀ ਪਰਸਨੈਲਿਟੀ ਨੂੰ ਸ਼ੇਪ ਕਿੱਦਾਂ ਦਿੰਦਾ ਨਾ, ਆਪਾਂ ਉਹ 'ਤੇ ਥੋੜ੍ਹੀ ਜਿਹੀ ਡਿਸਕਸ਼ਨ ਕਰਦੇ ਹਾਂ। 2 ਪਰਸਨ ਆ ਮੰਨ ਲਓ, ਅਤੇ ਇੱਕੋ ਘਰ 'ਚ 2 ਪਰਸਨ ਆ ਨਾ, ਉਹਨਾਂ ਨੂੰ ਕੋਈ ਜਾਣਾ ਕਹਿੰਦਾ ਕਿ ਯਾਰ ਤੁਸੀਂ ਆਹ ਕੰਮ ਕਰੋ। ਜੇ ਮੰਨ ਲਓ ਇੱਕ ਨੂੰ ਪਹਿਲਾਂ ਕਹਿੰਦੇ ਆ ਕਿ ਯਾਰ ਤੂੰ ਆਹ ਕੰਮ ਕਰ ਨਾ, ਜਲਦੀ ਆਹ ਕੰਮ ਕਰਦੇ ਸਾਡਾ ਨਾ, ਉਹ ਪਰਸਨ ਉੱਠਦਾ ਆ ਪਹਿਲਾਂ ਉਹ ਵਾਲਾ ਕੰਮ ਕਰਦਾ ਜਿਹੜਾ ਉਹਨੂੰ ਮਿਲਿਆ ਆ, ਫਿਰ ਬਾਕੀ ਦੇ ਆਪਣੇ ਕੰਮ ਕਰਦਾ ਹੈ ਨਾ। ਕਿਉਂਕਿ ਜੋ ਉਹਦੇ ਵੱਡਿਆਂ ਨੇ ਜਾਂ ਕਿਸੇ ਛੋਟੇ ਪਰਸਨ ਨੇ ਵੀ ਉਹਨੂੰ ਕਿਹਾ ਕਿ ਆਹ ਕੰਮ ਕਰ ਦਿਓ ਹੈ ਨਾ, ਕੋਈ ਚੱਕਰ ਨਹੀਂ ਹੈਗਾ, ਅਤੇ ਉਹ ਉਸ ਕੰਮ ਨੂੰ ਕਰਦਾ ਨਾ, ਉਹ ਆਪਣਾ ਟਾਰਗੇਟ ਮਿੱਥ ਕੇ ਕਰਦਾ ਉਸ ਕੰਮ ਨੂੰ। ਆਪਣਾ ਜਿਹੜਾ ਕੰਮ ਕਰਦਾ ਪਿਆ ਉਹਨੂੰ ਛੱਡ ਦਿੰਦਾ ਆ। ਉਹ ਕਹਿੰਦਾ ਕੋਈ ਨਹੀਂ ਮੈਨੂੰ ਬਾਅਦ 'ਚੋਂ ਕਰਦਾ ਆ। ਹੋ ਸਕਦਾ ਉਹ ਜਿਹੜਾ ਕੰਮ ਕਰਦਾ ਪਿਆ ਹੋਵੇ ਉਹ ਕੁਝ ਖਾਸ ਉਹਦਾ ਨਾ ਹੋਵੇ ਨਾ, ਟਾਰਗੇਟ ਨਾ ਹੋਵੇ ਕੋਈ ਉਹਦਾ ਖਾਸ। ਅਤੇ ਕਿਉਂਕਿ ਕਈ ਵਾਰ ਆਪਾਂ ਜੇ ਕੋਈ ਵਧੀਆ ਟਾਰਗੇਟ 'ਤੇ ਆਪਾਂ ਆਪਣਾ ਕੰਮ ਕਰਦੇ ਪਏ, ਦੂਸਰੇ ਨੂੰ ਨਾ ਵੀ ਕਰ ਦਿੰਦੇ ਹਾਂ
ਯਾਰ ਮੈਂ ਥੋੜ੍ਹਾ ਜਿਹਾ ਬਿਜ਼ੀ ਹਾਂ, ਕਿਉਂਕਿ ਉਹ ਵਾਲਾ ਹੋ ਸਕਦਾ ਟਾਰਗੇਟ ਉਸ ਟਾਈਮ 'ਤੇ ਜ਼ਿਆਦਾ ਇੰਪੋਰਟੈਂਸ ਹੋਵੇ ਉਹਦੀ, ਹੈ ਨਾ। ਅਤੇ ਨਹੀਂ ਤਾਂ ਫਿਰ ਤੁਸੀਂ ਉਹ ਸਿਆਣੇ ਦਾ ਕਹਿਣਾ ਮੋੜਦੇ ਨਹੀਂ ਹੈਗੇ, ਅਤੇ ਤੁਸੀਂ ਸਿਆਣੇ ਦੇ ਕਹੇ 'ਤੇ ਇੱਕ ਵਾਰ 'ਚ ਉੱਠ ਜਾਂਦੇ ਆ ਅਤੇ ਆਪਣਾ ਜਿਹੜਾ ਤੁਹਾਨੂੰ ਦੱਸਿਆ ਸਿਆਣੇ ਨੇ ਕੰਮ ਕਰਨਾ ਤੁਸੀਂ ਉਹ ਕਰ ਦਿੰਦੇ ਆ ਕੰਮ, ਅਤੇ ਉਹ ਵੀ ਇੱਕ ਟਾਰਗੇਟ ਹੈ ਨਾ। ਹੁਣ ਇੱਕ ਪਰਸਨ ਉੱਠਿਆ ਆਪਣਾ ਕੰਮ ਛੱਡਿਆ ਅਤੇ ਨਾਲ ਹੀ ਉਹ ਵਾਲਾ ਕੰਮ ਕਰ ਦਿੱਤਾ ਉਹਨੇ ਜਿਹੜਾ ਉਹਨੂੰ ਕਿਹਾ ਸੀਗਾ ਕਰਨ ਨੂੰ। ਦੂਸਰਾ ਪਰਸਨ ਆ, ਉਹਨੂੰ ਕਿਹਾ ਜੇ ਤੂੰ ਆਹ ਕੰਮ ਕਰ, ਹੈ ਨਾ, ਉਹ ਨਹੀਂ ਉੱਠਦਾ, ਹੈ ਨਾ, ਆਪਣੀ ਗੇਮ ਗੂਮ ਖੇਡੀ ਜਾਂਦਾ ਜਾਂ ਕੁਛ ਵੀ ਕਰੀ ਜਾਂਦਾ, ਉੱਠਿਆ ਨਹੀਂ, ਨਾ ਹੀ ਉਹਨੇ ਕੁਛ ਹਾਂ ਨਾ ਦਾ ਜਵਾਬ ਦਿੱਤਾ, ਕੁਛ ਨਹੀਂ ਦੱਸਿਆ ਉਹਨੇ। ਅਤੇ ਉਹਨੂੰ ਫੇਰ ਕਹਿੰਦੇ ਸਿਆਣੇ ਕਰਦੇ ਕੰਮ ਹਾਂ, ਅਤੇ ਉਹ ਫੇਰ ਨਹੀਂ ਉੱਠਦਾ ਹੈਗਾ, ਫੇਰ ਕੁਛ ਨਾ ਕੁਛ ਸੋਚੀ ਜਾਣ ਡਿਆ, ਹੈ ਨਾ, ਜਾਂ ਆਪਣੀ ਗੇਮ 'ਚ ਮਗਨ ਹੋਇਆ ਪਿਆ ਅਤੇ ਦੱਸਦਾ ਵੀ ਨਹੀਂ ਪਿਆ ਕੁਛ। ਨਹੀਂ ਤਾਂ ਬੰਦਾ ਕੁਛ ਇਨਫੋਰਮ ਕਰ ਦੇਵੇ, ਹੈ ਨਾ, ਕਿ ਮੈਂ ਕਰ ਦਿੰਦਾ ਜਾਂ ਕੁਛ ਵੀ ਨਹੀਂ। ਉਹਨਾਂ ਮੰਨ ਲਓ ਚਲੋ ਇਨਫੋਰਮ ਵੀ ਕਰਤਾ, ਮੈਂ ਕਰਦਾ ਜੀ 5 ਮਿੰਟ ਵਿੱਚ, ਹੈ ਨਾ, 5 ਤੇ 10 ਮਿੰਟ ਹੋ ਜਾਂਦੇ ਆ, ਨਹੀਂ ਕਰਦਾ ਕੰਮ ਫਿਰ ਵੀ ਉਹ। ਅਤੇ ਇੰਗਲਿਸ਼ ਵਿੱਚ ਇਹਨੂੰ ਪ੍ਰੋਕਰੈਸਟੀਨੇਟਿੰਗ ਕਹਿ ਦਿੰਦੇ ਆ ਨਾ, ਕਿ ਪ੍ਰੋਕਰੈਸਟੀਨੇਟਿੰਗ ਤੁਸੀਂ ਕੰਮ ਨੂੰ ਡਿਲੇ ਕਰੀ ਜਾਣਾ ਨਾ, ਕੋਈ ਨਹੀਂ ਕਰ ਦਿੰਦੇ ਆ 5 ਦੇ 10 ਮਿੰਟ ਲਾਤੇ ਤੁਸੀਂ, ਤਾਂ ਇਸ ਨੂੰ ਪ੍ਰੋਕਰੈਸਟੀਨੇਟਿੰਗ ਬੋਲਦੇ ਆ ਇੰਗਲਿਸ਼ ਦੇ ਵਿੱਚ। ਅਤੇ ਉਹ ਪਰਸਨ ਜਿਹੜਾ ਫਿਰ ਇੱਦਾਂ ਹੀ ਕਰਦਾ ਰਹਿੰਦਾ। ਹੁਣ ਆਪਣਾ ਸੀਗਾ ਪੁਆਇੰਟ ਕਿ ਜਿਹੜਾ ਤੁਹਾਡਾ ਟਾਰਗੇਟ ਨਾ ਉਹ ਤੁਹਾਡੀ ਪਰਸਨੈਲਿਟੀ ਨੂੰ ਮੋਲਡ ਕਰਦਾ, ਤੁਹਾਡੀ ਪਰਸਨੈਲਿਟੀ ਨੂੰ ਸ਼ੇਪ ਦਿੰਦਾ ਜਿਹੜਾ ਟਾਰਗੇਟ ਤੁਹਾਡਾ ਕੋਈ ਵੀ ਆ। ਐਕਚੁਅਲੀ ਟਾਰਗੇਟ ਨਹੀਂ, ਹਾਂ ਟਾਰਗੇਟ ਠੀਕ ਹੈ ਦਿੰਦਾ ਆ, ਬਟ ਤੁਹਾਡਾ ਟਾਰਗੇਟ ਨੂੰ ਲੈ ਕੇ ਐਟੀਟਿਊਡ ਕਿੱਦਾਂ ਦਾ ਨਾ, ਉਹਦੇ ਨਾਲ ਤੁਹਾਡੀ ਪਰਸਨੈਲਿਟੀ ਬਣ ਜਾਂਦੀ ਹੈ, ਪੂਰੀ ਲਾਈਫ ਵਾਸਤੇ ਬਣਦੀ ਆ। ਇੱਕ ਪਰਸਨ ਹੈ, ਉਹਨੂੰ ਟਾਰਗੇਟ ਮਿਲਿਆ, ਉਹ ਆਪਣਾ ਕੰਮ ਛੱਡ ਕੇ ਦੂਜਾ ਜਿਹੜਾ ਕੰਮ ਜਿਹੜਾ ਉਹਨੂੰ ਟਾਰਗੇਟ ਮਿਲਿਆ ਉਹਨੂੰ ਕਰਦਾ ਪਹਿਲਾਂ, ਫਿਰ ਆਪਣਾ ਆ ਕੇ ਮੁੜ ਕੇ ਕੰਮ ਰਿਜ਼ਿਊਮ ਕਰ ਲੈਂਦਾ, ਫਿਰ ਕੰਟੀਨਿਊ ਕਰਦਾ ਕੰਮ ਆਪਣਾ, ਠੀਕ ਆ। ਦੂਸਰਾ ਪਰਸਨ ਆ, ਉਹ ਪ੍ਰੋਕਰੈਸਟੀਨੇਟ ਕਰਦਾ ਪਿਆ, ਕੋਈ ਨਹੀਂ ਮੈਂ ਕਰ ਦਿੰਦਾ ਨਾ। ਜਿਹੜੀ ਇਹ ਦੂਸਰੇ ਕੈਟੇਗਰੀ ਵਾਲਾ ਜਿਹੜਾ ਪਰਸਨ ਆ ਨਾ, ਇਹ ਜਿਹੜਾ ਹੈ ਨਾ ਬਹੁਤ ਲਾਈਕਲੀ ਆ ਕਿ ਜਿਹੜੇ ਵੀ ਇਹਦੇ ਹੋਰ ਕੰਮ ਵੀ ਇੰਪੋਰਟੈਂਟ ਆ ਨਾ ਉਹਨਾਂ ਨੂੰ ਵੀ ਡਿਲੇ ਕਰੇ। ਕਾਫੀ ਜ਼ਿਆਦਾ ਲਾਈਕਲੀ ਹੈ ਇਹ ਚੀਜ਼, ਹੈ ਨਾ, ਪੋਸੀਬਿਲਿਟੀ ਆ ਕਿ ਹਰ ਇੱਕ ਕੰਮ ਵਿੱਚ ਹੀ ਉਹ ਇੱਦਾਂ ਦੇ ਮੌਕੇ ਲੱਭੇ ਕਿ ਜਿਹਦੇ ਵਿੱਚ ਕਿ ਉਹ ਪ੍ਰੋਕਰੈਸਟੀਨੇਟ ਕਰ ਸਕੇ, ਆਪਣੇ ਟਾਰਗੇਟ ਵਾਸਤੇ ਉਹ ਸੀਰੀਅਸ ਨਹੀਂ ਰਹੂਗਾ। ਅਤੇ ਇਹ ਤਾਂ ਨਿੱਕੀ ਜਿਹੀ ਐਗਜ਼ਾਮਪਲ ਆ ਕਿ ਟਾਰਗੇਟ ਤੁਹਾਡੀ ਪਰਸਨੈਲਿਟੀ ਨੂੰ ਕਿੱਦਾਂ ਸ਼ੇਪ ਕਰਦਾ। ਕਿਉਂਕਿ ਦੇਖੋ ਜੇ ਆਪਾਂ ਕਹੀਏ ਨਾ ਕਿ ਖੰਡ ਦੇ ਆਪਾਂ ਮੰਨ ਲਓ ਕਿ 1 ਚਮਚ ਪਾਇਆ, ਹੈ ਨਾ, ਚਾਹ ਦੇ ਵਿੱਚ, ਅਤੇ ਮਿੱਠਾ ਪੂਰਾ ਨਹੀਂ ਆਇਆ, ਅਤੇ ਪਰ ਫਿਰ ਵੀ ਜਿਹੜਾ ਫਿੱਕਾ ਹੁੰਦਾ ਉਹ ਫਿੱਕਾ ਹੀ ਹੁੰਦਾ ਆ। ਜਿਸ 'ਚ ਭਾਵੇਂ 1 ਚਮਚ ਵੀ ਖੰਡ ਪਈ ਹੈ ਨਾ, ਉਹ 'ਚ ਖੰਡ ਹੁੰਦੀ ਆ, ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਿਨਾਂ ਖੰਡ ਦੇ, ਹੈ ਨਾ। ਹੁਣ ਉਹੀ ਚੀਜ਼ ਆ ਕਿ ਜੇ ਇੱਕ ਪਰਸਨ ਜਿਹੜਾ ਨਾ ਉਹਦੇ 1% ਵੀ ਉਹਦੇ ਵਿੱਚ ਪ੍ਰੋਕਰੈਸਟੀਨੇਸ਼ਨ ਨਹੀਂ ਹੈਗਾ ਤਾਂ ਨਹੀਂ ਹੈਗਾ। ਜੇ ਪਰਸਨ ਦੇ ਵਿੱਚ 1% ਵੀ ਪ੍ਰੋਕਰੈਸਟੀਨੇਸ਼ਨ ਆ ਤਾਂ ਹੈਗਾ ਆ ਪ੍ਰੋਕਰੈਸਟੀਨੇਸ਼ਨ ਉਹਦੇ ਵਿੱਚ, ਚਾਹੇ ਉਹ ਐਡਾ ਵੱਡਾ ਨਾ ਲੱਗੇ। ਜਿੱਦਾਂ ਚਾਹ ਦੇ ਵਿੱਚ ਆਪਾਂ ਚੀਨੀ ਦੀ ਗੱਲ ਕੀਤੀ ਆ, ਚਾਹ 'ਚ ਜਿਹੜੀ ਚੀਨੀ ਆ ਤਦ ਤੱਕ ਸਵਾਦ ਨਹੀਂ ਜਦ ਤੱਕ ਉਹ ਪੂਰੀ ਨਾ ਹੋਵੇ ਨਾ, ਆਪਣੀ ਜਿੰਨੀ ਕੁਆਂਟਿਟੀ ਹੈ ਨਾ, ਕਿਉਂਕਿ ਉਹ ਤੋਂ ਜੇ 2 ਦਾਣੇ ਵੀ ਵੱਧ ਪੈ ਜਾਣ ਤਾਂ ਪਰ ਪਤਾ ਲੱਗ ਜਾਂਦਾ ਕਿ ਖੰਡ ਜ਼ਿਆਦਾ ਪਈ ਆ। ਪਰ ਜਦੋਂ ਥੋੜ੍ਹੀ ਹੁੰਦੀ ਆ, ਘੱਟ ਹੁੰਦੀ ਹੈ ਨਾ, ਤਾਂ ਚਾਹ ਦਾ ਸਵਾਦ ਨਹੀਂ ਆਉਂਦਾ ਅਤੇ ਚਾਹ ਲੱਗਦੀ ਰਹਿੰਦੀ ਕਿ ਚਾਹ 'ਚ ਜਿਹੜਾ ਨਾ ਮਿੱਠਾ ਘੱਟ ਆ, ਪਰ ਮਿੱਠਾ ਤਾਂ ਹੁੰਦਾ ਹੈ ਨਾ ਉਹਦੇ ਵਿੱਚ। ਇੱਦਾਂ ਦੀ ਗੱਲ ਤਾਂ ਨਹੀਂ ਕਿ ਮਿੱਠਾ ਹੁੰਦਾ ਹੀ ਨਹੀਂ। ਸਿਮਿਲਰਲੀ ਜੇ ਪਰਸਨ ਦੀ ਕਿਸੇ ਲਾਈਫ ਦੇ ਵਿੱਚ ਉਹ ਆਪਣੇ ਪ੍ਰੋਕਰੈਸਟੀਨੇਸ਼ਨ ਫੋਲੋ ਕਰਦਾ ਪਿਆ ਆ ਤਾਂ ਉਹਦੀ ਪਰਸਨੈਲਿਟੀ ਦੇ ਵਿੱਚ ਪ੍ਰੋਕਰੈਸਟੀਨੇਸ਼ਨ ਹੈਗਾ ਆ। ਆਪਾਂ ਉਹਨੂੰ ਡਿਨਾਈ ਨਹੀਂ ਕਰ ਸਕਦੇ ਕਿ ਉਹਦੀ ਪਰਸਨੈਲਿਟੀ ਦੇ ਵਿੱਚ ਪ੍ਰੋਕਰੈਸਟੀਨੇਸ਼ਨ ਨਹੀਂ ਹੈਗਾ। ਤਾਂ ਹੈਗਾ, ਭਾਵੇਂ 1% ਹੀ ਕਿਉਂ ਨਾ ਹੋਵੇ ਜਾਂ ਫਿਰ 2% ਹੀ ਕਿਉਂ ਨਾ ਹੋਵੇ। ਜਿਹੜੀ ਚੀਜ਼ ਪ੍ਰੈਜ਼ੈਂਟ ਹੈ ਉਹ ਪ੍ਰੈਜ਼ੈਂਟ ਆਪਾਂ ਕਵਾਂਗੇ, ਅਤੇ ਉਹ ਪ੍ਰੈਜ਼ੈਂਟ ਜਿਹੜੀ ਉਹਦੀ ਚੀਜ਼ ਹੈ ਪ੍ਰੋਕਰੈਸਟੀਨੇਸ਼ਨ, ਉਹਨੂੰ ਲੌਂਗ ਟਰਮ ਟਾਰਗੇਟ ਅਚੀਵ ਕਰਨ ਵਿੱਚ ਜ਼ਰੂਰ ਜਿਹੜੀ ਉਹਨੂੰ ਦਿੱਕਤ ਦੇਵੇਗੀ। ਸੋ ਆਪਾਂ ਨੂੰ 1% ਵੀ ਜਿਹੜਾ ਆ ਪ੍ਰੋਕਰੈਸਟੀਨੇਸ਼ਨ ਆਪਣੀ ਪਰਸਨੈਲਿਟੀ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਕੋਈ ਕੰਮ ਆਇਆ ਉਹਨੂੰ ਪਹਿਲਾਂ ਭੱਜ ਕੇ ਕਰੋ, ਬਾਅਦ ਵਿੱਚ ਵਟਸਐਪ ਸਨੈਪਚੈਟ 'ਤੇ ਚੱਲਦੇ ਰਹਿਣਗੇ, ਕੋਈ ਚੱਕਰ ਨਹੀਂ ਹੈਗਾ ਉਹਨਾਂ ਦਾ। ਉਹ ਨਹੀਂ ਹੈਗਾ ਆਪਣਾ ਟਾਰਗੇਟ ਆਪਣਾ ਇਹ ਹੈ ਕਿ ਆਪਾਂ ਆਪਣੀ ਪਰਸਨੈਲਿਟੀ ਦੇ ਵਿੱਚੋਂ ਪ੍ਰੋਕਰੈਸਟੀਨੇਸ਼ਨ 1% ਜਿਹੜਾ ਆ ਰਹਿਣ ਨਹੀਂ ਦੇਣਾ, ਉਹ ਕੱਢਣਾ ਆ ਉਹਨੂੰ, ਠੀਕ ਆ। ਅਤੇ ਮੁੜ ਕੇ ਆਪਾਂ ਟਾਰਗੇਟ ਦੀ ਗੱਲ ਕਰ ਲੈਂਦੇ ਹਾਂ ਕਿ ਟਾਰਗੇਟ ਫਰਦਰ ਕੀ ਆਪਣੀ ਪਰਸਨੈਲਿਟੀ ਦੇ ਇਫੈਕਟ ਪਾਉਂਦੇ ਆ। ਹੁਣ ਇਹ ਤਾਂ ਗੱਲ ਸੀਗੀ ਇਕੱਲੀ ਪ੍ਰੋਕਰੈਸਟੀਨੇਸ਼ਨ ਦੀ ਨਾ। ਹੁਣ ਜੇ ਆਪਾਂ ਗੱਲ ਕਰੀਏ ਕਿ ਟਾਰਗੇਟ ਨੂੰ ਜਾਣਨਾ ਕਿਉਂ ਜ਼ਰੂਰੀ ਆ, ਤਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਐਗਜ਼ਾਮਪਲ ਦਿੰਦਾ। ਉਹ ਐਗਜ਼ਾਮਪਲਾਂ ਬਹੁਤ
ਰੈਲੇਵੈਂਟ ਹੋਣਗੀਆਂ ਤੁਹਾਨੂੰ ਸਮਝਣ ਵਿੱਚ ਕਿ ਟਾਰਗੇਟ ਦੀ ਅਹਿਮੀਅਤ ਕੀ ਹੁੰਦੀ ਹੈ। ਜਿਵੇਂ ਤੁਹਾਨੂੰ ਕਹਾਂ ਕਿ ਜੋ ਆਊਡੀ ਬ੍ਰਾਂਡ ਹੁਣ ਹੈਗਾ ਆ, ਆਊਡੀ ਹੈ ਨਾ, ਉਹ ਆਊਡੀ ਨਹੀਂ ਸੀ ਹੋਣਾ ਜੇ ਨਾ ਕੋਈ ਟਾਰਗੇਟ ਨਾ ਹੁੰਦਾ। ਤਾਂ ਤੁਹਾਨੂੰ ਆਈ ਥਿੰਕ ਟਾਰਗੇਟ ਦੀ ਵੈਲਿਊ ਥੋੜ੍ਹੀ ਜਿਹੀ ਪਤਾ ਲੱਗੂਗੀ। ਜੇ ਮੈਂ ਗੱਲ ਕਰਾਂ ਮਰਸੀਡੀਜ਼ ਦੀ, ਮਰਸੀਡੀਜ਼ ਨਹੀਂ ਸੀ ਹੋਣੀ ਜੇ ਉਹ ਤੋਂ ਕੋਈ ਟਾਰਗੇਟ ਨਾ ਹੁੰਦਾ। ਫੋਰਡ ਨਾ ਹੁੰਦੀ ਜੇ ਉਹ ਤੋਂ ਟਾਰਗੇਟ ਨਾ ਹੁੰਦਾ। ਟੈਸਲਾ ਨਾ ਹੁੰਦੀ ਜੇ ਉਹ ਤੋਂ ਟਾਰਗੇਟ ਨਾ ਹੁੰਦਾ। ਕੋਈ ਈਲਨ ਮਸਕ ਨਾ ਹੁੰਦਾ ਜੇ ਉਹ ਤੋਂ ਕੋਈ ਟਾਰਗੇਟ ਨਾ ਹੁੰਦਾ। ਕੱਲ੍ਹ ਮੈਂ ਇੰਟਰਵਿਊ ਸੁਣਦਾ ਪਿਆ ਸੀ ਤਰਸੇਮ ਜੱਸੜ ਦੀ। ਉਹ ਕਹਿੰਦਾ ਪਿਆ ਕਿ ਮੈਂ ਜੋ ਵੀ ਬਣਿਆ ਹੈ ਨਾ, ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਮੈਂ ਟਾਰਗੇਟ ਨਾਲ ਹੀ ਬਣਿਆ। ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਬਾਹਰ ਪੜ੍ਹਨ ਭੇਜਿਆ। ਹੁਣ ਬਾਹਰ ਪਰਸਨ ਗਿਆ ਤਾਂ ਹਰ ਇੱਕ ਦੀ ਪਰਸਨੈਲਿਟੀ ਵਿੱਚ ਚੇਂਜ ਆਉਂਦੇ ਆ, ਪਰ ਉਹਦਾ ਦੇਖ ਲਓ ਟਾਰਗੇਟ ਕੋਈ ਇੱਦਾਂ ਦਾ ਸੀਗਾ ਕਿ ਉਹ ਦੂਜੀਆਂ ਚੀਜ਼ਾਂ ਵਾਸਤੇ ਡਿਸਟਰੈਕਟ ਹੀ ਨਹੀਂ ਹੋਇਆ। ਅਤੇ ਉਹਨਾਂ ਨੇ ਆਪਣੀ ਪਰਸਨੈਲਿਟੀ ਨੂੰ ਬਰਕਰਾਰ ਰੱਖਿਆ। ਉਹਨਾਂ ਦੀ ਐਕਚੁਅਲੀ ਉਹਨਾਂ ਨੇ ਆਪਣੀ ਪਰਸਨੈਲਿਟੀ ਨੂੰ ਬਰਕਰਾਰ ਨਹੀਂ ਰੱਖਿਆ। ਹਾਂ, ਜੇ ਇਕੱਲੀ ਪਰਸਨੈਲਿਟੀ ਨੂੰ ਬਰਕਰਾਰ ਰੱਖਦੇ ਆਈ ਥਿੰਕ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੇ ਹੱਥੋਂ ਜਾਂਦੀ ਲੱਗਣੀ ਸੀਗੀ। ਉਹਨਾਂ ਨੇ ਆਪਣੇ ਟਾਰਗੇਟ ਨੂੰ ਬਰਕਰਾਰ ਰੱਖਿਆ। ਟਾਰਗੇਟ ਇੱਦਾਂ ਦਾ ਮਿੱਥਿਆ ਕਿ ਉਹ ਕਹਿੰਦੇ ਪਏ ਸੀ ਕਿ ਜੋ ਮੈਂ ਅੱਜ ਆ ਨਾ, ਉਹ ਟਾਰਗੇਟ ਦੇ ਸਿਰ 'ਤੇ ਹੀ ਆ ਮੈਂ ਅੱਜ ਜੋ ਬਣਿਆ ਹੋਇਆ। ਕਿਉਂਕਿ ਕਹਿੰਦੇ ਮੇਰਾ ਸ਼ੁਰੂ ਤੋਂ ਹੀ ਇਹ ਰਹਿੰਦਾ ਹੁੰਦਾ ਟਾਰਗੇਟ ਕਿ ਮੈਂ ਕੁਛ ਨਾ ਕੁਛ ਲਿਖਦਾ ਰਹਾਂ। ਪਰਸਨ ਇੰਨਾ ਪੜ੍ਹਿਆ ਲਿਖਿਆ ਹੋਵੇ, ਠੀਕ ਆ, ਅਤੇ ਉਹ ਅਫਸਰ ਨਾ ਹੋ ਕੇ ਇੰਨਾ ਵਧੀਆ, ਚਲੋ ਗੀਤਕਾਰ ਜਿਹੜਾ ਬਣ ਗਿਆ ਨਾ, ਮੈਂ ਕਹਿੰਦਾ ਅਫਸਰ ਤੋਂ ਵੀ ਵਧੀਆ ਆ। ਅਫਸਰ ਨੂੰ ਤਾਂ ਗਿਣੇ ਚੁਣਵੇਂ ਜਿਹੜੇ ਲੋਕ ਆ ਉਹੀ ਜਾਣਨਗੇ। ਹੁਣ ਗੀਤਕਾਰ ਆ ਜਾਂ ਕਲਾਕਾਰ ਆ, ਇੰਨਾ ਵਧੀਆ ਕਲਾਕਾਰ ਆ, ਸਾਰੀ ਦੁਨੀਆ ਜਾਣਦੀ, ਸਾਰੀ ਪੰਜਾਬੀਅਤ ਉਹਨੂੰ ਜਾਣਦੀ ਆ। ਉਹ ਕਿਸ ਕਰਕੇ ਕਿ ਉਹਨਾਂ ਦਾ ਟਾਰਗੇਟ ਸੀਗਾ ਮਾਇੰਡ ਦੇ ਵਿੱਚ, ਉਹਨਾਂ ਦੇ ਕੋਈ ਸੈੱਟ ਕੀਤਾ ਟਾਰਗੇਟ। ਪਿਆਰ ਸੀਗਾ ਪੰਜਾਬੀ ਦੇ ਨਾਲ। ਉਹ ਟਾਰਗੇਟ ਇਹ ਸੀਗਾ ਕਿ ਮੈਂ ਆਪਣਾ ਪਿਆਰ ਜਿਹੜਾ ਪੰਜਾਬੀ ਦੇ ਨਾਲ ਰੱਖਣਾ ਹੈ ਪੂਰੀ ਲਾਈਫ ਦੇ ਵਿੱਚ ਨਾ। ਬਹੁਤ ਸਾਰੀਆਂ ਉਦਾਹਰਨਾਂ ਟਾਰਗੇਟ ਦੀਆਂ, ਅਗਰ ਤੁਸੀਂ ਉਦਾਹਰਨਾਂ ਜਾਣਨੀਆਂ ਚਾਹੋ ਤਾਂ ਬਹੁਤ ਜ਼ਿਆਦਾ ਟਾਈਮ ਚਾਹੀਦਾ ਹੈ ਉਹਨੂੰ। ਜਿੰਨੀਆਂ ਵੀ ਵੱਡੀਆਂ ਕਾਰਪੋਰੇਸ਼ਨਸ ਆ, ਤੁਸੀਂ ਐਮਾਜ਼ੋਨ ਲਾ ਲਓ। ਐਮਾਜ਼ੋਨ ਜਿੰਨੀ ਸਕਸੈਸਫੁਲ ਹੈ ਨਾ, ਉਹ ਸਕਸੈਸਫੁਲ ਨਹੀਂ ਸੀ ਹੋਣਾ ਉਹਨੇ ਜੇ ਉਹ ਤੋਂ ਕੋਈ ਟਾਰਗੇਟ ਨਾ ਹੁੰਦਾ। ਉਹਦਾ ਸਭ ਤੋਂ ਪਹਿਲਾ ਟਾਰਗੇਟ ਕੀ ਹੈ ਐਮਾਜ਼ੋਨ ਦਾ ਸਭ ਤੋਂ ਪਹਿਲਾ ਟਾਰਗੇਟ ਇਹ ਆ ਕਿ ਆਪਣੇ ਕਸਟਮਰ ਨੂੰ ਪਹਿਲ ਦੇਣੀ ਪਹਿਲਾਂ ਉਹਨਾਂ ਨੇ, ਬਾਕੀ ਕੰਮ ਬਾਅਦ 'ਚ। ਕਸਟਮਰ ਦੀ ਸੈਟਿਸਫੈਕਸ਼ਨ ਨੂੰ ਪਹਿਲ ਦੇਣੀ ਆ, ਪ੍ਰੋਫਿਟ ਬਾਅਦ 'ਚੋਂ ਆ, ਸੇਲਸ ਟਾਰਗੇਟ ਬਾਅਦ 'ਚੋਂ ਆ। ਪਹਿਲਾ ਟਾਰਗੇਟ ਕੀ ਆ? ਕਸਟਮਰ ਸੈਟਿਸਫੈਕਸ਼ਨ, ਕਿ ਯਾਰ ਮੇਰਾ ਕਸਟਮਰ ਖੁਸ਼ ਹੋਣਾ ਚਾਹੀਦਾ। ਦੇਖੋ ਕੈਸਾ ਟਾਰਗੇਟ ਆ। ਤੁਸੀਂ ਬਾਜ਼ਾਰ 'ਚੋਂ ਸਮਾਨ ਲੈਣ ਜਾਓ, ਹੁਣ ਤੁਸੀਂ ਸਮਾਨ ਖਰੀਦਿਆ, ਘੰਟੇ ਬਾਅਦ ਕਹੋਗੇ ਮੈਂ ਰਿਪਲੇਸ ਨਹੀਂ ਹੋਣਾ ਉਹ ਸਮਾਨ। ਤੁਸੀਂ ਐਮਾਜ਼ੋਨ ਤੋਂ ਚੀਜ਼ ਮੰਗਾਓ, ਤੁਸੀਂ ਕਹੋਗੇ ਯਾਰ ਮੈਂ ਨਾ ਚਲਾਉਣੀ ਚਾਹੁੰਦਾ ਕੋਈ ਇਹ ਚੀਜ਼ ਜਿਹੜੀ ਆ। ਤੁਸੀਂ ਐਮਾਜ਼ੋਨ ਤੋਂ ਸਮਾਨ ਮੰਗਾਉਂਦੇ ਆ ਅਤੇ ਕੋਈ ਚੀਜ਼ ਮੰਨ ਲਓ ਇਲੈਕਟ੍ਰੋਨਿਕ ਆ, ਤੁਸੀਂ ਉਹ ਚਲਾਉਣਾ ਚਾਹੁੰਦੇ ਪਹਿਲਾਂ, ਅਤੇ ਪਰ ਉਹਨੂੰ ਤੁਸੀਂ ਵਾਪਸ ਕਰਨਾ ਚਾਹੁੰਦੇ ਤਾਂ ਐਮਾਜ਼ੋਨ ਤੁਹਾਨੂੰ ਔਫਰ ਦਿੰਦਾ ਆ 10 ਦਿਨਾਂ ਦੇ ਵਿੱਚ ਤੁਸੀਂ ਵਾਪਸ ਕਰ ਦਿਓ ਚੀਜ਼ ਨਾ ਪਸੰਦ ਆਈ। ਅਤੇ ਪੈਸੇ ਤੁਹਾਨੂੰ ਦੇਣ ਵਿੱਚ ਸਾਡਾ ਕੋਈ ਵੀ ਇੰਪਲੋਈ 1% ਦੀ ਵੀ ਤੁਹਾਡੇ ਨਾਲ ਆਰਗੂਮੈਂਟ ਨਹੀਂ ਕਰੂਗਾ। ਕਿੰਨੀ ਤਕੜੀ ਯਾਰ ਸਟ੍ਰੈਟਜੀ ਆ। ਇਹ ਟਾਰਗੇਟ ਆ ਐਕਚੁਅਲੀ ਕਿ ਸਾਡੇ ਜਿਹੜੇ ਕਸਟਮਰ ਆ ਸੈਟਿਸਫਾਈਡ ਰਹਿਣੇ ਚਾਹੀਦੇ। ਜੋ ਉਹ ਮੰਗਦੇ ਆ ਨਾ, ਉਹ ਸਾਨੂੰ ਸੁਣਨਾ ਪੈਣਾ ਆ। ਉਹਨਾਂ ਨੇ ਸੁਣਿਆ ਵੀ, ਉਹ ਇਸੇ ਟਾਰਗੇਟ 'ਤੇ ਆਪਣੇ ਬਰਕਰਾਰ ਰਹੇ ਅਤੇ ਅੱਜ ਦੁਨੀਆ ਦੀ 1 ਨੰਬਰ ਕੰਪਨੀ ਆ ਔਨਲਾਈਨ ਜਿਹੜੀ ਚੀਜ਼ਾਂ ਵੇਚਦੀ ਆ amazon.com। ਬਾਕੀ ਕੰਪਨੀਆਂ ਉਹਨਾਂ ਦੇ ਜੋ ਵੀ ਫੁੱਟਪ੍ਰਿੰਟਸ ਆ ਨਾ, ਉਹਨਾਂ ਦੇ ਮਗਰ ਚੱਲ ਰਹੀਆਂ, ਪਰ ਜਿਹੜੀ ਐਮਾਜ਼ੋਨ ਹੈ ਉਹ ਮਾਰਕੀਟ ਲੀਡਰ ਆ। ਉਹ ਕਿਸ ਕਰਕੇ ਮਾਰਕੀਟ ਲੀਡਰ ਆ? ਉਹ ਇਸੇ ਕਰਕੇ ਮਾਰਕੀਟ ਲੀਡਰ ਆ ਕਿ ਉਹਨਾਂ ਦੀ ਜਿਹੜੀ ਕਸਟਮਰ ਸੈਟਿਸਫੈਕਸ਼ਨ ਹੈ ਨਾ ਬਹੁਤ ਜ਼ਿਆਦਾ ਆ। ਉਹਨਾਂ ਦਾ ਟਾਰਗੇਟ ਸੀ ਇਹ। ਕੋਈ ਵੀ ਕੰਪਨੀ ਜੇ ਆਪਾਂ ਓਵਰਆਲ ਦੇਖੀਏ ਨਾ, ਕੋਈ ਵੀ ਕੰਪਨੀ ਨਹੀਂ ਹੋਣੀ ਦੁਨੀਆ 'ਤੇ ਜਿਹੜੀ ਕਿ ਸਕਸੈਸਫੁਲ ਹੈ ਵਿਦਆਊਟ ਟਾਰਗੇਟ 'ਤੇ, ਕਿ ਯਾਰ ਕੋਈ ਸਾਡਾ ਟਾਰਗੇਟ ਹੀ ਨਹੀਂ ਹੈਗਾ। ਬੁਗਾਟੀ ਕੰਪਨੀ ਲਗਾ ਲੈਂਦੇ, ਬੁਗਾਟੀ ਹੈ ਨਾ। 1 ਸਾਲ ਬੁਗਾਟੀ ਨੇ ਪਤਾ ਨਹੀਂ ਕੋਈ ਵੇਰੀਐਂਟ ਕੱਢਿਆ ਸੀ ਆਪਣੀ ਕਾਰ ਦਾ ਨਾ, ਕਾਫੀ ਮਹਿੰਗੀ ਕਾਰ ਸੀਗੀ, 14 ਖਰੇ 15 ਹੀ ਬਣਾਈਆਂ ਸੀਗੀਆਂ ਉਹਨਾਂ ਨੇ ਕਾਰਾਂ। ਟਾਰਗੇਟ ਹੀ ਵੱਖਰਾ ਉਹਨਾਂ ਦਾ ਕਿ ਅਸੀਂ ਜਿਹੜੇ ਟਾਰਗੇਟ ਹੈ ਨਾ, ਸਾਡਾ ਟਾਰਗੇਟ ਇਹ ਆ ਕਿ ਅਸੀਂ ਗੱਡੀਆਂ ਵੇਚਣੀਆਂ ਹੀ ਇਹ ਬਿਲੀਅਨੇਅਰਸ ਨੂੰ ਆ, ਜਿਹੜੇ ਅਰਬਾਂ ਖਰਬਾਪਤੀ ਹੈ ਨਾ,
ਗੱਡੀਆਂ ਸਿਰਫ ਉਹਨਾਂ ਨੂੰ ਵੇਚਣੀਆਂ ਸੀ। ਦੇਖੋ ਟਾਰਗੇਟ ਤੇ ਵਿਕੀਆਂ ਵੀ 14 ਦੀਆਂ 14 ਵਿਕ ਗਈਆਂ ਗੱਡੀਆਂ, ਸਿਰਫ 14 ਬਣਾਈਆਂ ਉਹਨਾਂ ਨੇ, 14 ਜਾਂ 15 ਸੀਗੀਆਂ, ਉਹ ਵਿਕ ਗਈਆਂ ਸਾਰੀਆਂ। ਬੁਗਾਟੀ ਦਾ ਟਾਰਗੇਟ ਹੀ ਇਹ ਹੈ ਕਿ ਮੇਰਾ ਜਿਹੜਾ ਕਸਟਮਰ ਹੈ ਨਾ ਉਹ ਹੈਗਾ ਸਿਰਫ ਬਿਲੀਅਨੇਅਰ, ਛੋਟੀ ਗੱਡੀ ਨਹੀਂ ਬਣਾਉਣੀ। ਦੇਖੋ ਕੈਸਾ ਟਾਰਗੇਟ ਆ। ਤੇ ਅੱਜ ਬੁਗਾਟੀ ਨੂੰ ਕੌਣ ਨਹੀਂ ਜਾਣਦਾ। ਉਹਦੀ ਇਹ ਪਪੂਲੈਰਿਟੀ ਕਿਹਨੇ ਬਣਾਈ? ਟਾਰਗੇਟ ਨੇ। ਉਹਦਾ ਟਾਰਗੇਟ ਸੀਗਾ। ਠੀਕ ਹੈ ਜੀ। ਤੇ ਟਾਰਗੇਟ ਇਸੇ ਲਈ ਹੀ ਜਿਹੜੇ ਆ ਨਾ ਉਹ ਟਾਰਗੇਟ ਐਕਚੁਅਲੀ ਆਪਾਂ ਇੱਕ ਪਾਰਟ ਆਫ ਪ੍ਰੋਸੈਸ ਕਹਿ ਲੈਂਦੇ ਆ। ਸਕਸੈਸ ਹੋਣ ਦੇ ਪ੍ਰੋਸੈਸ ਵਿੱਚ ਟਾਰਗੇਟ ਆਉਂਦਾ, ਇੱਕ ਟਾਰਗੇਟ ਦਾ ਸਟੈਪ ਕਹਿ ਲਓ ਤੁਸੀਂ। ਤੇ ਇਹ ਫਾਊਂਡੇਸ਼ਨ ਵੀ ਹੁੰਦੀ ਆ, ਇਹ ਫਾਊਂਡੇਸ਼ਨ ਵੀ ਹੁੰਦੀ ਹੈ ਕਈ ਕੰਮਾਂ ਦੀ, ਕਈ ਪ੍ਰੋਸੈਸ ਦੀ। ਤੁਸੀਂ ਜੇ ਕੋਈ ਟੈਸਟ ਕਲੀਅਰ ਕਰਨਾ ਤਾਂ ਉਹਦੇ ਵਿੱਚ ਤੁਹਾਡਾ ਜੇ ਪਹਿਲਾਂ ਟਾਰਗੇਟ ਨਹੀਂ ਹੈਗਾ, ਤੁਹਾਨੂੰ ਪਤਾ ਨਹੀਂ ਲੱਗਣਾ ਕਿ ਮੈਂ ਕਰਾਂ ਕੀ ਯਾਰ। ਤੁਹਾਨੂੰ ਪਤਾ ਹੀ ਨਹੀਂ ਲੱਗਣਾ ਮੈਂ ਕਰਾਂ ਤਾਂ ਕਰਾਂ ਕੀ, ਕਿੱਥੋਂ ਸਟਾਰਟ ਕਰੀਏ। ਜੇ ਤੁਹਾਡਾ ਟਾਰਗੇਟ ਹੋਊਗਾ, ਕੋਈ ਇੱਕ ਟਾਰਗੇਟ ਹੈ ਨਾ ਸਪੈਸੀਫਿਕ ਹੋਣਾ ਚਾਹੀਦਾ। ਉਹ ਇੱਦਾਂ ਨਹੀਂ ਖਾਬੀ ਨਾ ਹੋਵੇ ਟਾਰਗੇਟ ਕਿ ਮੈਂ ਤਾਂ 3 ਮਰਸੀਡੀਜ਼ ਖਰੀਦਣੀ ਹੈ ਇਸ ਲਈ ਮੈਂ ਆਹ ਵਾਲਾ ਕੰਮ ਕਰਨ ਲੱਗਾ ਨਾ। ਜੇ ਉਹ ਕਰੋਗੇ ਸ਼ਾਇਦ ਤੁਹਾਡਾ ਫਿਰ ਪੈਸਾ ਵੀ ਆ ਸਕਦਾ ਮਾਈਂਡ ਦੇ ਵਿੱਚ ਨਾ, ਜਿਹਦੇ ਨਾਲ ਕਿ ਤੁਹਾਡੀ ਕੈਪੇਬਿਲਿਟੀ ਘੱਟ ਸਕਦੀ ਤੁਹਾਡੀ ਫਿਰ ਟਾਰਗੇਟ ਅਚੀਵ ਕਰਨ ਦੀ। ਟਾਰਗੇਟ ਇੱਦਾਂ ਦਾ ਹੋਣਾ ਚਾਹੀਦਾ ਹੈ ਫੋਰ ਐਗਜ਼ਾਮਪਲ ਕਿ ਇਸ ਵਾਰ ਮੇਰਾ ਟਾਰਗੇਟ ਇਹ ਹੈ ਕਿ ਮੇਰੀ ਦੁਕਾਨ ਵਿੱਚ ਕੋਈ ਵੀ ਜਿਹੜਾ ਕਸਟਮਰ ਆਉਂਦਾ ਨਾ ਉਹ, ਹਾਂ ਕੋਈ ਗੱਲ ਨਹੀਂ ਸਮਾਨ ਖਰੀਦੇ ਨਾ ਖਰੀਦੇ, ਪਰ ਮੇਰਾ ਕੋਈ ਵੀ ਕਸਟਮਰ ਆ ਨਾ ਜਿਹੜਾ ਜਿਹਨੇ ਵੀ ਕੋਈ ਸ਼ੋਪਿੰਗ ਕੀਤੀ ਹੈ ਨਾ ਉਹ ਦੁਬਾਰਾ ਆਵੇ ਮੁੜ ਕੇ ਮੇਰੇ ਕੋਲੋਂ। ਜੇ ਉਹਦੀ ਕੋਈ ਕੰਪਲੇਂਟ ਆ ਤਾਂ ਮੈਂ ਉਹਨੂੰ ਸੋਲਵ ਕਰੂੰਗਾ, ਹੈ ਨਾ। ਕਿ ਮੈਂ ਇਸ ਸਾਲ ਆਪਾਂ ਸਾਲ ਦਾ ਲੌਂਗ ਟਰਮ ਲਾ ਕੇ ਚੱਲਾਂਗੇ। ਜੇ ਕਿਸੇ ਨੇ ਬਿਜ਼ਨਸ ਦੇ ਤੌਰ 'ਤੇ ਆਪਣਾ ਕੋਈ ਟਾਰਗੇਟ ਸੈੱਟ ਕਰਨਾ ਕਿ ਇਸ ਸਾਲ ਮੇਰੇ ਤੋਂ ਜਿਹੜਾ ਮੇਰਾ ਕਸਟਮਰ ਆਊਗਾ ਨਾ ਮੈਂ ਉਹਦੇ ਵਿੱਚ 0% ਜਿਹੜੀ ਹੈ ਨਾ ਕਸਟਮਰ ਦੀ ਕੰਪਲੇਂਟ ਰੱਖਣੀ ਆ। ਜੇ ਕੰਪਲੇਂਟ ਆਊਗੀ ਵੀ ਨਾ ਕੋਈ ਚੱਕਰ ਨਹੀਂ, ਸੈਟਿਸਫੈਕਸ਼ਨ ਲੈਵਲ 100% ਹੋਣਾ ਚਾਹੀਦਾ ਮੇਰਾ। ਜੇ ਕਸਟਮਰ ਕਹਿੰਦਾ ਮੈਨੂੰ ਰਿਪਲੇਸ ਕਰਕੇ ਤੇ ਉਹਨੂੰ ਰਿਪਲੇਸ ਕਰਕੇ ਦੇਵਾਂਗੇ ਲੌਜੀਕਲੀ, ਕਿ ਕਸਟਮਰ ਖੁਸ਼ ਹੋਵੇ, ਰਿਟੈਂਸ਼ਨ ਹੋਵੇ, ਕਸਟਮਰ ਦੁਬਾਰਾ ਆਵੇ। ਜੇ ਕਸਟਮਰ ਕੋਈ ਕੰਪਲੇਂਟ ਕਰਦਾ ਕਿ ਯਾਰ ਕੱਪੜਾ ਸਹੀ ਨਹੀਂ ਹੈਗਾ ਜਾਂ ਕੁਛ ਵੀ ਚੀਜ਼ ਹੈ ਨਾ, ਕੋਈ ਵੀ ਮਰਚੈਂਡਾਈਜ਼ ਹੋ ਸਕਦੀ ਹੈ ਕਿ ਆਹ ਮੈਨੂੰ ਸਹੀ ਨਹੀਂ ਲੱਗੀ, ਵਧੀਆ ਨਹੀਂ ਲੱਗੀ, ਤਾਂ ਉਹਦਾ ਇੱਕ ਸੋਲਿਊਸ਼ਨ ਹੋਣਾ ਚਾਹੀਦਾ ਆ ਕਿ ਉਹ ਤੁਸੀਂ ਰਿਜ਼ੋਲਵ ਕਰੋ। ਅਤੇ ਜਿੱਦਾਂ ਕਸਟਮਰ ਕਹਿੰਦਾ ਨਾ ਉੱਦਾਂ ਕਰੋ, ਕਿਉਂਕਿ ਐਟ ਦੀ ਐਂਡ ਤੁਹਾਡਾ ਸਾਰਾ ਬਿਜ਼ਨਸ ਹੈ ਨਾ ਜਿਹੜਾ ਇੱਕ ਕਸਟਮਰ 'ਤੇ ਇੱਕ ਕਿਹੜਾ ਕਸਟਮਰ ਹੈ ਨਾ ਉਹ ਇੰਪੋਰਟੈਂਟ ਆ। ਠੀਕ ਹੈ। ਅਤੇ ਜਿੱਦਾਂ ਦੀ ਕਸਟਮਰ ਦੀ ਪ੍ਰੋਬਲਮ ਹੈ ਨਾ ਲੌਜੀਕਲ ਵੇ ਦੇ ਨਾਲ ਜੋ ਪੋਲਿਸੀ ਹੁੰਦੀ ਆ ਪੋਲਿਸੀ ਬਣਾਓ, ਪੋਲਿਸੀਜ਼ ਦੇ ਅਕੋਰਡਿੰਗਲੀ ਤੁਸੀਂ ਉਹਨੂੰ ਕਰ ਸਕਦੇ ਹੋ ਸੋਲਵ। ਅਤੇ ਇਹ ਸਿਰਫ ਜੋ ਵੀਡੀਓ ਨੂੰ ਸਮਝੋ ਨਾ ਕਿ ਸਿਰਫ ਮੈਂ ਸ਼ੋਪਰਸ ਨੂੰ ਜਾਂ ਜਿਹੜੇ ਦੁਕਾਨਦਾਰ ਆ ਸ਼ੌਪਕੀਪਰਸ ਆ ਉਹਨਾਂ 'ਤੇ ਬਣਾਉਂਦਾ ਪਿਆ, ਨਹੀਂ। ਤੁਸੀਂ ਕੋਈ ਟੈਸਟ ਕਲੀਅਰ ਕਰਨਾ ਚਾਹੁੰਦੇ ਆ, ਤੁਸੀਂ ਕੋਈ ਆਪਣੀ ਬੋਡੀ ਦਾ ਗੋਲ ਅਚੀਵ ਕਰਨਾ ਚਾਹੁੰਦੇ ਆ ਨਾ, ਪਹਿਲਾਂ ਇੱਕ ਟਾਰਗੇਟ ਮਿੱਥੋ। ਜਾਂ ਤੁਸੀਂ ਇੱਕ ਟਾਰਗੇਟ ਮਿੱਥ ਲਓਗੇ ਨਾ ਅੱਧੀ ਪ੍ਰੋਬਲਮ ਉੱਥੇ ਹੀ ਸੋਲਵ ਹੋ ਜਾਂਦੀ ਆ, ਅਤੇ ਇਹ ਵੀ ਨਹੀਂ ਕਿ ਟਾਰਗੇਟ ਮਿੱਥ ਲਿਆ ਅਤੇ ਠੀਕ ਆ ਜੀ, ਟਾਰਗੇਟ ਮਿੱਥ ਲਿਆ ਹੈ ਨਾ ਹੋ ਜੂਗਾ ਕੋਈ ਚੱਕਰ ਨਹੀਂ ਨਾ, ਇੱਦਾਂ ਵੀ ਨਹੀਂ ਹੋਣਾ। ਉਹ ਟਾਰਗੇਟ ਮਿੱਥ ਕੇ ਤੁਹਾਨੂੰ ਛੋਟੇ ਅੱਗੇ ਹੋਰ ਟਾਰਗੇਟ ਬਣਾਉਣੇ ਪੈਣੇ ਆ, ਜਿਨ੍ਹਾਂ ਦੀ ਕਿ ਆਪਾਂ ਡਿਟੇਲ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਐਕਸਪਲੇਨੇਸ਼ਨ ਦੇਵਾਂਗੇ। ਅਤੇ ਟਾਰਗੇਟ ਮਿੱਥੋ ਜੇ ਵਧੀਆ ਹੋਊਗਾ ਤੁਸੀਂ ਇੱਕ ਡਾਇਰੀ ਫੋਲੋ ਕਰੋ, ਡਾਇਰੀ ਉੱਤੇ ਲਿਖੋ। ਠੀਕ ਆ, ਕਿਉਂਕਿ ਲਿਖੀ ਹੋਈ ਚੀਜ਼ ਜਿਹੜੀ ਉਹ ਲਿਖੀ ਹੋਈ ਰਹਿਣੀ ਹੈ। ਤੁਸੀਂ ਸੋਚੋਗੇ ਨਾ ਤਾਂ ਮੈਂ ਤੁਹਾਨੂੰ ਦੱਸਾਂ ਤੁਸੀਂ ਪਤਾ ਨਹੀਂ ਕਿੰਨੇ ਟਾਰਗੇਟ ਆਪਣੇ ਮਿੱਥੇ ਹੋਣੇ ਲਾਈਫ ਦੇ ਵਿੱਚ ਅਤੇ ਅੱਜ ਤੱਕ ਉਹ ਕੰਪਲੀਟ ਹੀ ਨਹੀਂ ਹੋਏ। ਤੁਹਾਡੇ ਮਾਇੰਡ ਦੇ ਵਿੱਚ ਸੀਗੇ ਪਰ ਉਹ ਨਿਕਲ ਗਏ, ਕੋਈ ਹੋਰ ਕੰਮ ਪੈ ਗਿਆ ਜਾਂ ਕੋਈ ਹੋਰ ਸਿਲਸਿਲੇ ਸ਼ੁਰੂ ਹੋ ਗਏ। ਠੀਕ ਆ, ਉਹ ਕਦੇ ਅਚੀਵ ਹੀ ਨਹੀਂ ਹੋਏ ਟਾਰਗੇਟਸ। ਅਤੇ ਜੇ ਤੁਸੀਂ ਲਿਖੋਗੇ ਨਾ ਅਤੇ ਦੁਨੀਆ ਦੇ ਕਿਸੇ ਦੇ ਵੀ ਕੋਨੇ 'ਤੇ ਹੋਵੋਗੇ ਨਾ ਤੁਸੀਂ, ਤਾਂ ਉਸ ਟਾਰਗੇਟ ਬਾਰੇ ਸੋਚੋਗੇ ਕਿ ਯਾਰ ਮੈਂ ਇਹ ਟਾਰਗੇਟ ਮੈਂ ਇੱਥੇ ਅਚੀਵ ਕਰ ਸਕਦਾ, ਚਾਹੇ ਜਿੱਥੇ ਮਰਜ਼ੀ ਬੈਠੇ ਹੋਏ ਤੁਸੀਂ। ਪਰ ਇੱਕ ਟਾਰਗੇਟ ਜਿਹੜਾ ਹੈ ਨਾ ਟਾਰਗੇਟ ਨੂੰ ਜ਼ਰੂਰ ਮਾਈਂਡ ਦੇ ਵਿੱਚ ਰੱਖੋ। ਇਹ ਤੁਹਾਡੀ ਪਰਸਨੈਲਿਟੀ ਨੂੰ ਇੱਕ ਸਾਰਤਾ ਦਿੰਦਾ, ਇਹ ਤੁਹਾਡੀ ਪਰਸਨੈਲਿਟੀ ਨੂੰ ਇੱਕ ਸ਼ੇਪ ਦਿੰਦਾ, ਇੱਕ ਯੂਨੀਕ ਸ਼ੇਪ। ਤੁਹਾਡੀ ਯੂਨੀਕ ਆਈਡੈਂਟੀਟੀ ਤਾਂ ਹੀ ਬਣਦੀ ਤੁਹਾਡੇ ਟਾਰਗੇਟ ਤੋਂ, ਤੁਹਾਡੀ ਸੀਰੀਅਸਨੈਸ। ਠੀਕ ਹੈ, ਉਹ ਸਾਰੀ ਜਿਹੜੀ ਝਲਕਦੀ ਹੈ ਤੁਹਾਡੇ ਬਿਹੇਵੀਅਰ ਵਿੱਚੋਂ, ਜੋ ਤੁਹਾਡੇ ਮਾਈਂਡ ਦੇ ਵਿੱਚ ਟਾਰਗੇਟ ਹੁੰਦਾ ਕੋਈ ਯਾਰ ਕਿ ਮੈਂ ਸ਼ਾਮ ਨੂੰ ਕੰਮ ਕਰਨਾ ਆ ਨਾ, ਤਾਂ ਤੁਸੀਂ ਬਾਕੀ ਚੀਜ਼ਾਂ ਨੂੰ ਲੈਸ ਪ੍ਰਾਇਓਰਿਟੀ ਦਿੰਦੇ ਆ ਅਤੇ ਉਸ ਕੰਮ ਨੂੰ ਜ਼ਿਆਦਾ ਪ੍ਰਾਇਓਰਿਟੀ ਦਿੰਦੇ ਆ। ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਟਾਪ ਕਰਦੇ ਹਾਂ, ਅਗਲੀ ਵੀਡੀਓ ਦੇ ਨਾਲ ਜਲਦੀ ਮਿਲਾਂਗੇ ਜੀ। ਟੇਕ ਕੇਅਰ।